सत श्री अकाल दोस्तों, तुसीं देख रहे हो खबरां टीवी ते मैं आज सुखविंदर शिरकिल। पंजाब दे वड्डे मुद्दिआं ते गल करांगे। पंजाब दे नवें बने सीएम नूं आम आदमी पार्टी एक तरह दे नाल टुट के पै गई है, क्योंकि जिथे जिहड़े नवें सीएम ने कुछ उन्होंने ऐलान कीते सी, उस तो बाद विरोधी धिर दे हरपाल सिंह चीमा होरी कहंदे आ कि धर्मसोत ने जिहड़े स्कॉलरशिप घोटाले दे विच इल्जाम लगे सन, उन्हां ते घोटाले दे इल्जाम लगे सन। उस तो बाद हुण कह रहे ने कि नवें सीएम ने जिहड़े उन्हां नूं जेल दे विच सुੱਟਣ तां जो जिहड़े दलित स्टूडेंट्स ने उन्हां नूं इंसाफ मिल सके। इस तो इलावा नवजोत सिंह सिद्धू होरां नूं कांग्रेस पार्टी ने एक वड्डा झटका दिता है, क्योंकि जिहड़े 2022 दे विच सीएम बनन दे जिहड़े सुपने लै रहे सन, पर हुण हरीश रावत दे बयान तो बाद खुद कौमी बुलारा रणदीप सुरजेवाला ने कहा कि चरणजीत सिंह चन्नी मुख मंत्री का चेहरा होणगे। इस तो इलावा ਗਿਆਨੀ ਹਰਪ੍ਰੀਤ ਸਿੰਘ ਹੋਰਾਂ ने कहा कि हिंदू ते सिख चेहरा होने तो पहला जिहड़ा इंसान होना जरूरी है। इन्हां तिन्ने खबरां ते गलबात करांगे ते गलबात कर लई साडे नाल जुड़ चुके ने परमिंदर सिंह रायपुर जी। रायपुर साहब बहुत बहुत स्वागत है जी। धन्यवाद, शुक्रिया सुखविंदर जी। परमिंदर जी, सब तो पहला सवाल ये है कि आम आदमी पार्टी ने जिथे नवें बने सीएम नूं ਵਧਾਈ ਦਿੱਤੀ ते नाल दी नाल ही विरोधी धिर दे नेता हरपाल सिंह चीमा ने कहा कि ਹੁਣ ਜਿਹੜੇ ਨਵੇਂ ਸੀਐਮ ਨੇ ਉਹ ਖੁਦ ਇੱਕ ਦਲਿਤ ਨੇ, ਖੁਦ ਚੀਮਾ ਸਾਹਿਬ ਵੀ ਦਲਿਤ ਨੇ, ਤੇ ਜਿਹੜਾ ਦਲਿਤ ਬੱਚਿਆਂ ਦੇ ਨਾਲ ਪਿਛਲੇ ਸਮੇਂ ਦੌਰਾਨ ਘੁਟਾਲੇ ਦੀਆਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਸਨ। ਉਹ ਜਿਹੜੇ ਧਰਮਸੋਤ ਨੇ ਉਹਨਾਂ ਤੇ ਇਲਜ਼ਾਮ ਲੱਗੇ ਸਨ ਕਿ ਉਹਨਾਂ ਨੇ ਵੱਡੇ ਪੱਧਰ ਤੇ ਘੁਟਾਲਾ ਕੀਤਾ। ਉਹ ਜਿਹੜੀ ਜਾਂਚ ਵੀ ਚੱਲਦੀ ਰਹੀ, ਪਰ ਇਸੇ ਤਰ੍ਹਾਂ ਚੱਲਦਾ ਰਿਹਾ। ਤੇ ਹੁਣ ਜਦ ਨਵੇਂ ਸੀਐਮ ਬਣੇ ਨੇ ਤਾਂ ਚੰਨੀ ਸਾਹਿਬ ਨੂੰ ਉਹਨਾਂ ਨੇ ਅਪੀਲ ਕੀਤੀ ਹੈ ਕਿ ਇੱਕ ਦਲਿਤ ਮੁੱਖ ਮੰਤਰੀ ਹੈ ਤੇ ਹੁਣ ਦਲਿਤ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ। ਤੁਸੀਂ ਇਸ ਬਿਆਨ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਮੁੱਖ ਮੰਤਰੀ ਦਾ ਚਿਹਰਾ ਤਾਂ ਕੋਈ ਹੋਵੇ ਨਾ, ਮੁੱਖ ਮੰਤਰੀ ਕੋਈ ਵੀ ਬਣ ਜੇ, ਜਿਹੜੇ ਘਪਲੇ ਆ ਉਹਨਾਂ ਨੂੰ ਤਾਂ ਉਜਾਗਰ ਕਰਕੇ ਉਹਨਾਂ ਦੇ ਜਿਹੜੇ ਦੋਸ਼ੀ ਪਾਏ ਜਾਂਦੇ ਇੱਦਾਂ, ਉਹਨਾਂ ਨੂੰ ਤਾਂ ਸਜ਼ਾ ਦੇਣਾ ਵੈਸੇ ਹੀ ਇੱਕ ਨਿਆਂ ਹੈ, ਇਨਸਾਫ ਹੈ। ਉਹ ਤਾਂ ਸਾਰਿਆਂ ਨੂੰ ਚਾਹੀਦਾ। ਇਹਦੇ 'ਚ ਇਹ ਗੱਲ ਨਹੀਂ ਨਾ ਕਰਨੀ ਚਾਹੀਦੀ ਕਿ ਜੇ ਦਲਿਤ ਭਾਈਚਾਰੇ ਨਾਲ ਸੰਬੰਧਿਤ ਕੋਈ ਬੰਦਾ ਇੱਦਾਂ ਉੱਚੀ ਪਦਵੀ 'ਤੇ ਬੈਠ ਗਿਆ ਤੇ ਉਹੀ ਕਰ ਸਕਦਾ ਹੈ। ਇਹ ਤਾਂ ਪਹਿਲਾਂ ਵੀ ਹੋਣਾ ਚਾਹੀਦਾ ਸੀ। ਕੈਪਟਨ ਅਮਰਿੰਦਰ ਸਿੰਘ ਨੂੰ ਵੀ ਚਾਹੀਦਾ ਸੀ ਕਿ ਜੇ ਗਰੀਬ ਬੱਚਿਆਂ ਦੇ ਸਕਾਲਰਸ਼ਿਪ ਦੇ ਵਿੱਚ ਤੁਸੀਂ ਘਪਲੇਬਾਜ਼ੀ ਕਰ ਰਹੇ ਹੋ ਤੇ ਉਹਦੇ ਵਿੱਚ ਕਿਸੇ ਮੰਤਰੀ ਦਾ ਨਾਮ ਆ ਰਿਹਾ, ਤੁਹਾਡੀ ਕੈਬਨਿਟ ਮਿਨਿਸਟਰ ਦਾ ਕਿਸੇ ਦਾ ਨਾਮ ਆਉਂਦਾ ਤੁਹਾਡੀ ਸਰਕਾਰ ਵੇਲੇ, ਤਾਂ ਉਹਦੀ ਜਾਂਚ ਹੋਣੀ ਚਾਹੀਦੀ ਸੀ। ਉਹਦਾ ਕਲੀਨ ਚਿੱਟ ਦੇ ਹੀ ਬੈਠੇ ਸੀਗੇ। ਤੇ ਹੁਣ ਇਹ ਜ਼ਰੂਰ ਹੈਗਾ ਕਿ ਖੇਮਾ ਕੋਈ ਕੈਪਟਨ ਅਮਰਿੰਦਰ ਸਿੰਘ ਦਾ ਸੀਗਾ, ਸਾਧੂ ਸਿੰਘ ਧਰਮਸੋਤ ਉਸ ਖੇਮੇ ਦੇ ਗਿਣੇ ਜਾਂਦੇ ਆ। ਤਾਂ ਇਸ ਲਈ ਆਹ ਦੂਜੀ ਪਾਰਟੀ ਜਿਹੜੀ ਹੈ ਜਿਹਦਾ ਸੀਐਮ ਬਣਾ ਦਿੱਤਾ ਗਿਆ ਹੁਣ, ਤੇ ਇਹ ਵੀ ਇਸ ਕਥਿਤ ਤੌਰ ਤੇ ਆਪਾਂ ਕਹਿ ਰਹੇ ਹਾਂ, ਮੈਂ ਬਾਰ-ਬਾਰ ਇਹ ਸ਼ਬਦ ਨਹੀਂ ਲਊਂਗਾ ਵੀ ਦਲਿਤ ਭਾਈਚਾਰੇ ਨਾਲ ਸੰਬੰਧਿਤ, ਕਥਿਤ ਤੌਰ ਤੇ ਜਿਹੜਾ ਕਿਹਾ ਜਾਂਦਾ ਦਲਿਤ ਸ਼ਬਦ ਕਿਹਾ ਜਾਂਦਾ, ਉਸ ਭਾਈਚਾਰੇ ਨਾਲ ਇੱਕ ਸੰਬੰਧਿਤ ਵਿਅਕਤੀ ਨੂੰ ਜੇ ਸੀਐਮ ਬਣਾ ਵੀ ਦਿੱਤਾ ਗਿਆ ਤਾਂ ਉਹ ਤਾਂ ਐਵੇਂ ਕਹਿ ਲਓ ਕਿ ਕੁਦਰਤੀ ਤੌਰ ਤੇ ਦੇਖਿਆ ਜਾਣਾ ਚਾਹੀਦਾ ਕਿ ਇੱਕ ਤਾਂ ਵਿਰੋਧੀ ਖੇਮਾ ਹੈਗਾ ਆਪਸ ਵਿੱਚ ਪਾਰਟੀ ਦਾ, ਤੇ ਦੂਜਾ ਗਰੀਬ ਬੱਚਿਆਂ ਦਾ ਸਵਾਲ ਆ। ਜੇ ਤੁਹਾਨੂੰ ਲੱਗਦਾ ਹੈ ਕਿ ਜਾਂਚ ਹੋਣੀ ਚਾਹੀਦੀ ਹੈ ਔਰ ਜੇ ਸੱਚੀ ਮੁੱਚੀ ਕੋਈ ਵੀ ਦੋਸ਼ੀ ਕੋਈ ਵੀ ਆ, ਚਾਹੇ ਮੰਤਰੀ ਹੈ, ਚਾਹੇ ਕੋਈ ਆਫਿਸਰ ਹੈ, ਅਧਿਕਾਰੀ ਹੈ, ਜਾਂ ਹੋਰ ਕੋਈ ਬੰਦਾ ਇਨਵੋਲਵ ਹੈ, ਤਾਂ ਉਹ ਜ਼ਰੂਰ ਸਲਾਖਾਂ ਦੇ ਪਿੱਛੇ ਹੋਣਾ ਚਾਹੀਦਾ। ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈਗੀ। ਡਿਮਾਂਡ ਦੀ ਤੁਸੀਂ ਐਜੀਟੇਸ਼ਨ ਪਹਿਲਾਂ ਕਰਨਾ ਚਾਹੀਦਾ। ਇਹ ਤਾਂ ਪਹਿਲਾਂ ਵੀ ਹੋਣਾ ਚਾਹੀਦਾ ਸੀ ਤੇ ਹੁਣ ਵੀ ਹੋਣਾ ਚਾਹੀਦਾ। ਔਰ ਮੇਰੇ ਖਿਆਲ ਇਹ ਦੇਖਿਆ ਜਾਵੇ ਤਾਂ ਗਰੀਬ ਬੱਚਿਆਂ ਲਈ, ਜਿਵੇਂ ਗਰੀਬਾਂ ਦੇ ਲਈ ਦਾਅਵਾ ਕੀਤਾ ਚਰਨਜੀਤ ਸਿੰਘ ਚੰਨੀ ਨੇ ਕਿ ਸਾਰੇ ਸੀਐਮ ਨੇ ਮੈਂ ਗਰੀਬਾਂ ਲੋਕਾਂ ਦੇ ਲਈ ਇੱਕ ਤਰ੍ਹਾਂ ਜਿਹੜੇ ਕੰਮ ਸਹੂਲਤਾਂ ਦੇਣਾ ਜਾਂ ਉਹਨਾਂ ਲਈ ਕੰਮ ਕਰੂੰਗਾ ਵੱਡੇ ਲੈਵਲ 'ਤੇ, ਤਾਂ ਆਹੀ ਜਿਹੜੀ ਹੈਗੀ ਇਹ ਸ਼ੁਰੂਆਤ ਵੀ ਇੱਥੋਂ ਹੀ ਹੋਣੀ ਚਾਹੀਦੀ ਹੈ ਕਿ ਜਿਹੜਾ ਸਕਾਲਰਸ਼ਿਪ ਘਪਲਾ ਹੋਇਆ ਇਹ ਜਨਤਕ ਕੀਤਾ ਜਾਵੇ, ਕੀ ਹੋਇਆ, ਕਿਹਨੇ ਕੀਤਾ, ਤੇ ਜਿਹੜਾ ਦੋਸ਼ੀ ਹੈ। ਇਹ ਨਹੀਂ ਕਿ ਵਿਰੋਧੀ ਖੇਮਾ ਦੇਖ ਕੇ ਤੁਸੀਂ ਕਿਸੇ ਨੂੰ ਅੰਦਰ ਕਰ ਦਿਓ ਬਦਲਾ ਲਓ ਨੀਤੀ ਤਹਿਤ, ਉਹ ਨਹੀਂ। ਪਰ ਜੇ ਸੱਚੀ ਮੁੱਚੀ ਕੋਈ ਦੋਸ਼ੀ ਹੈ ਤਾਂ ਉਹਨੂੰ ਜ਼ਰੂਰ ਸਲਾਖਾਂ ਦੇ ਪਿੱਛੇ ਹੋਣਾ ਚਾਹੀਦਾ। ਦੂਜੀ ਗੱਲ, ਜਿਹੜਾ ਖਾਸ ਕਰਕੇ ਵਿਰੋਧੀ ਧਿਰ ਦੀ ਗੱਲ ਕਰਦੇ ਹੋ ਤੁਸੀਂ, ਆਮ ਆਦਮੀ ਪਾਰਟੀ ਵੱਲੋਂ ਸਵਾਲ ਉਠਾਇਆ ਗਿਆ ਜਾਂ ਹਰਪਾਲ ਸਿੰਘ ਚੀਮਾ ਵੱਲੋਂ ਉਠਾਇਆ ਗਿਆ, ਤਾਂ ਇਹਦੇ ਵਿੱਚ ਇੱਕ ਗੱਲ ਹੋਰ ਵੀ ਹੈ ਨਾ ਕਿ ਹਰਪਾਲ ਸਿੰਘ ਚੀਮਾ ਨੇ ਜਾਇਜ਼ ਮੰਗ ਤਾਂ ਕੀਤੀ ਹੈ ਨਾਲ, ਪਰ ਹੁਣ ਸਰਗਰਮੀ ਇਸ ਕਰਕੇ ਕਿਉਂਕਿ ਜਿਸ ਭਾਈਚਾਰੇ ਨਾਲ ਸੰਬੰਧਿਤ ਹੋਣ ਦੀ ਗੱਲ ਕਹੀ ਜਾ ਰਹੀ ਹੈ ਉਹਦੇ ਨਾਲ ਉਹ ਵੀ ਸੰਬੰਧਿਤ ਨੇ, ਤੇ ਆਮ ਆਦਮੀ ਪਾਰਟੀ ਕੋਲ ਵੀ ਇੱਕ ਐਂ ਕਹਿ ਲਓ ਇੱਕ ਇੱਦਾਂ ਦਾ ਸਰਗਰਮ ਲੀਡਰ ਹੋਣਾ ਚਾਹੀਦਾ ਜਿਹਨੂੰ ਕੱਲ੍ਹ ਨੂੰ ਸੀਐਮ ਦਾ ਚਿਹਰਾ ਉਹ ਵੀ ਅਨਾਊਂਸ ਕਰ ਦੇਣ। ਇੱਕ ਨੇ ਤਾਂ ਬਣਾਤਾ, ਦੂਜੇ ਨੇ ਡਿਪਟੀ ਸੀਐਮ ਕਹਿਤਾ, ਬੀਜੇਪੀ ਕਹਿੰਦੇ ਅਸੀਂ ਵੀ ਬਣਾਵਾਂਗੇ, ਤੇ ਆਮ ਆਦਮੀ ਪਾਰਟੀ ਪਿੱਛੇ ਵੀ ਰਹਿ ਗਈ। ਤੁਸੀਂ ਸਰਗਰਮ ਸਿਆਸਤ ਦੇ ਵਿੱਚ ਵੀ ਆਉਣਾ
ਪੈਣਾ ਹੀ ਹੈ। ਤੋ ਇਦਾਂ ਦੇ ਬਿਆਨ ਉਧਰ ਵੀ ਉਹਨਾਂ ਨੂੰ ਸੂਟ ਪੈਂਦੇ ਨੇ, ਪਰ ਉੱਦਾਂ ਸ਼ਲਾਘਾ ਵੀ ਹੈ ਜੇ ਇਦਾਂ ਦੀ ਮੰਗ ਕੀਤੀ ਹੈ ਉਹਨਾਂ ਨੇ ਜ਼ਰੂਰ। ਜੀ ਪਰਮਿੰਦਰ ਜੀ, ਦੂਸਰੀ ਗੱਲ ਵੀ ਜਿਹੜੇ ਨਵੇਂ ਸੀਐਮ ਤੇ ਕਾਂਗਰਸ ਦੇ ਪ੍ਰਧਾਨ ਨਾਲ ਜੁੜੀ ਹੋਈ ਹੈ, ਜਿੱਥੇ ਚਰਨਜੀਤ ਸਿੰਘ ਚੰਨੀ ਨਵੇਂ ਮੁੱਖ ਮੰਤਰੀ ਬਣੇ ਨੇ ਤੇ ਕੁਝ ਸਮਾਂ ਪਹਿਲਾਂ ਨਵਜੋਤ ਸਿੰਘ ਸਿੱਧੂ ਪ੍ਰਧਾਨਗੀ ਦੇ ਅਹੁਦੇ ਤੇ ਬੈਠੇ ਆ, ਤਾਂ ਜਿਹੜੇ ਬੀਤੇ ਕੱਲ ਹਰੀਸ਼ ਰਾਵਤ ਹੋਰਾਂ ਦਾ ਇੱਕ ਬਿਆਨ ਆਇਆ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ 2022 ਦੇ ਵਿੱਚ ਸੀਐਮ ਚਿਹਰਾ ਨਵਜੋਤ ਸਿੰਘ ਸਿੱਧੂ ਹੋਣਗੇ। ਉਸ ਤੋਂ ਬਾਅਦ ਸੁਨੀਲ ਜਾਖੜ ਉਸ ਬਿਆਨ ਤੇ ਆਪੱਤੀ ਜਤਾਉਂਦੇ ਆ, ਜਿੱਥੇ ਖੁਦ ਸੁਨੀਲ ਜਾਖੜ ਨੇ ਆਪੱਤੀ ਜਿਹੜੀ ਠਹਿਰਾਈ। ਉਸ ਤੋਂ ਇਲਾਵਾ ਜਿਹੜੇ ਵਿਰੋਧੀ ਧਿਰ ਨੇ ਉਹਨਾਂ ਨੇ ਵੀ ਵੱਡੇ ਸਵਾਲ ਖੜੇ ਕੀਤੇ ਸਨ, ਉਹ ਭਾਵੇਂ ਸ਼੍ਰੋਮਣੀ ਅਕਾਲੀ ਦਲ ਹੋਵੇ ਤੇ ਭਾਵੇਂ ਆਮ ਆਦਮੀ ਪਾਰਟੀ ਹੋਵੇ, ਉਹਨਾਂ ਨੇ ਘੇਰਨ ਦੀ ਕੋਸ਼ਿਸ਼ ਕੀਤੀ ਸੀ। ਉਸ ਤੋਂ ਬਾਅਦ ਜਿਹੜੀ ਸੁਰਜੇਵਾਲ ਨੇ ਉਹਨਾਂ ਨੂੰ ਸਫਾਈ ਦੇਣੀ ਪਈ ਕਿ 2022 ਦੇ ਵਿੱਚ ਜਿਹੜਾ ਸੀਐਮ ਦਾ ਚਿਹਰਾ ਨੇ ਉਹ ਚਰਨਜੀਤ ਸਿੰਘ ਚੰਨੀ ਹੀ ਹੋਣਗੇ ਤੇ ਪ੍ਰਧਾਨਗੀ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਕੋਲ ਹੋਏਗੀ। ਇੱਕ ਤਰ੍ਹਾਂ ਦੇ ਨਾਲ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਸੁਪਨਿਆਂ ਤੇ ਪਾਣੀ ਫਿਰਦਾ ਹੋਇਆ ਦਿਖਾਈ ਦੇ ਰਿਹਾ, ਕਿਉਂਕਿ ਇਹ ਸੌਖਾ ਨਹੀਂ ਹੋਏਗਾ। ਕਿਉਂਕਿ ਇੱਕ ਪਿਛਲੇ 2-3 ਦਿਨਾਂ ਤੋਂ ਆਮ ਦੇਖਣ ਨੂੰ ਮਿਲ ਰਿਹਾ ਕਿ ਵਿਰੋਧੀ ਪਾਰਟੀਆਂ ਹੁਣ ਸੁੰਨ ਪਸਰੀ ਹੋਈ ਹੈ, ਕਿਉਂਕਿ ਜਿਹੜਾ ਦਲਿਤ ਪੱਤਾ ਬੀਐਸਪੀ ਖੇਡ ਰਹੀ ਸੀ, ਸ਼੍ਰੋਮਣੀ ਅਕਾਲੀ ਦਲ ਖੇਡ ਰਹੀ ਸੀ ਤੇ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਅਸੀਂ ਵਿਰੋਧੀ ਧਿਰ ਦਾ ਨੇਤਾ ਦਲਿਤ ਬਣਾਇਆ, ਤਾਂ ਹੁਣ ਕਿਤੇ ਨਾ ਕਿਤੇ ਮੁੱਖ ਮੰਤਰੀ ਬਣਾ ਕੇ ਉਹਨਾਂ ਨੇ ਵੱਡਾ ਪੱਤਾ ਖੇਡਿਆ। ਨਵਜੋਤ ਸਿੰਘ ਸਿੱਧੂ ਦਾ ਸ਼ਾਇਦ ਪੱਤਾ ਕੱਟ ਸਕਦਾ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਪਹਿਲੀ ਤਾਂ ਗੱਲ ਹਰੀਸ਼ ਰਾਵਤ ਦੇ ਬਿਆਨ ਦੀ ਜੇ ਆਪਾਂ ਦੇਖੀ ਜਾਵੇ ਤਾਂ ਹੁਣ ਉਨੀ ਅਹਿਮੀਅਤ ਨਹੀਂ ਜਿੱਦਾਂ ਸ਼ੁਰੂਆਤ ਦੇ ਵਿੱਚ, ਜਿਵੇਂ ਉਹਨਾਂ ਨੂੰ ਪੰਜਾਬ ਕਾਂਗਰਸ ਦੇ ਮਾਮਲਿਆਂ ਦਾ ਇੰਚਾਰਜ ਬਣਾ ਕੇ ਭੇਜਿਆ ਸੀਗਾ, ਜਿੱਦਾਂ ਉਹਨਾਂ ਦੀ ਛਵੀ ਸੀਗੀ ਉੱਦਾਂ ਦਾ। ਕਿਉਂਕਿ ਬਾਰ-ਬਾਰ ਬਿਆਨ ਬਦਲਣਾ, ਬਾਰ-ਬਾਰ ਘੁਰਕੀ ਸਹਿਣੀ ਉੱਪਰੋਂ ਤੇ ਆਪਣੇ ਬਿਆਨ ਤੋਂ ਇੱਕਦਮ ਯੂ ਟਰਨ ਮਾਰ ਲੈਣਾ, ਐਸੇ ਬਿਆਨ ਕਈ ਦਿੱਤੇ ਆ ਉਹਨਾਂ ਨੇ ਜਿਨ੍ਹਾਂ ਦਾ ਇਤਰਾਜ਼ ਹੋਇਆ, ਜਿਨ੍ਹਾਂ ਦਾ ਵਿਰੋਧ ਹੋਇਆ। ਸੋ ਇਹ ਵੀ ਜਿਹੜਾ ਬਿਆਨ ਹੈਗਾ ਇੱਕ ਵਿਰੋਧੀ ਜਾਪਦਾ ਹੈ ਕਿ ਕਿਸੇ ਇੱਕ ਧੜੇ ਨੂੰ ਮੁੱਖ ਰੱਖ ਕੇ ਦੇ ਦਿੱਤਾ ਗਿਆ। ਹਾਲਾਂਕਿ ਇਹਦੇ ਪਿੱਛੇ ਮਕਸਦ ਕੀ ਹੈ ਇਹ ਤਾਂ ਜਾਂ ਹਾਈ ਕਮਾਂਡ ਜਾਣਦੀ ਹੈ ਜਾਂ ਹਰੀਸ਼ ਰਾਵਤ ਜਾਣਦਾ, ਕਿਉਂਕਿ ਐਦਾਂ ਵੀ ਕੋਈ ਬਿਆਨ ਵੀ ਨਹੀਂ ਦਿੰਦਾ। ਪਰ ਦੂਜੀ ਗੱਲ ਇਹ ਵੀ ਹੈਗੀ ਕਿ ਬਿਆਨ ਦੇ ਕੇ ਪਿੱਛੇ ਪਰਤਾਉਣਾ ਵੀ ਹਾਈ ਕਮਾਂਡ ਨੇ ਹੋ ਸਕਦਾ ਇਸ਼ਾਰਾ ਹੋਵੇ, ਲੇਕਿਨ ਇਹ ਵੀ ਹੋ ਸਕਦਾ ਕਿ ਹਰੀਸ਼ ਰਾਵਤ ਥੋੜ੍ਹਾ ਤੰਗ ਵੀ ਆਏ ਹੋਏ ਨੇ ਪੰਜਾਬ ਕਾਂਗਰਸ ਤੋਂ ਤੇ ਬੈਕ ਜਾਣਾ ਚਾਹੁੰਦੇ ਆਪਦੇ ਸਟੇਟ ਦੇ ਵਿੱਚ, ਉੱਤਰਾਖੰਡ ਵਾਲੇ ਪਾਸੇ ਨੂੰ ਮੂਵ ਕਰਨਾ ਚਾਹੁੰਦੇ ਆ। ਤਾਂ ਉਹਦੇ ਕਰਕੇ ਵੀ ਹੈ ਕਿ ਮੇਰੀਆਂ ਥੋੜ੍ਹੀਆਂ ਬਹੁਤੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਕਮੀਆਂ ਪੇਸ਼ੀਆਂ ਨੇ ਉਹਨਾਂ ਨੂੰ ਮੱਦੇਨਜ਼ਰ ਰੱਖ ਕੇ ਮੈਨੂੰ ਲਾਂਭੇ ਕਰਦਾ ਜਾਵੇ, ਮੈਂ ਪਾਸੇ ਹਟ ਜਾ, ਕਿਉਂਕਿ ਪੰਜਾਬ ਕਾਂਗਰਸ ਦਾ ਜਿਹੜਾ ਕਲੇਸ਼ ਹੈ ਉਹ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ। ਹਰੀਸ਼ ਰਾਵਤ ਦੇ ਬਿਆਨ ਤੇ ਟਵੀਟ ਕਰਕੇ ਸੁਨੀਲ ਜਾਖੜ ਨੇ ਇਤਰਾਜ਼ ਦਿੱਤਾ ਤਾ ਤੇ ਕਿ ਵੀ ਤੂੰ ਇਸ ਟਾਈਮ ਜਿਹੜਾ ਤੁਸੀਂ ਇਹ ਬਿਆਨ ਦਿੱਤਾ ਹੈ ਕਿ ਸਿੱਧੂ ਚਿਹਰਾ ਹੋਊਗਾ, ਇੱਕ ਤਾਂ ਜਿਹੜਾ ਚਰਨਜੀਤ ਚੰਨੀ ਬਣਾਇਆ ਉਹਦਾ ਕੱਦ ਘਟਾਤਾ, ਦੂਜੇ ਪਾਸੇ ਤੁਸੀਂ 2022 ਦਾ ਚਿਹਰਾ ਬਣਾ ਕੇ ਇੱਦਾਂ ਲੋਕਾਂ ਨੂੰ ਤੁਸੀਂ ਮਤਲਬ ਕਹਿ ਲਓ ਬੁੱਧੂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਤੇ ਉਹ ਇੱਦਾਂ ਨਹੀਂ ਹੋਏਗਾ। ਜਿਹੜਾ ਚਿਹਰਾ ਹੁਣ ਬਣਾਇਆ ਤਾਂ ਉਸੇ ਤੇ ਫੇਸ ਤੇ ਜਿਹੜਾ ਹੈਗਾ 2022 ਦੀਆਂ ਚੋਣਾਂ ਲੜੀਆਂ ਜਾਣਗੀਆਂ। ਇਹ ਗੱਲ ਕਲੀਅਰ ਕਰ ਦਿੱਤੀ ਹੈ ਸੁਰਜੇਵਾਲ ਨੇ। ਰਣਦੀਪ ਸਿੰਘ ਸੁਰਜੇਵਾਲ ਨੇ ਕਹਿੰਦਾ ਕਿ ਪ੍ਰਧਾਨ ਦਾ ਚਿਹਰਾ ਤਾਂ ਉਹੀ ਰਹੇਗਾ, ਲੇਕਿਨ ਸੀਐਮ ਦਾ ਚਿਹਰਾ ਚਰਨਜੀਤ ਸਿੰਘ ਚੰਨੀ ਹੋਣਗੇ। ਤੇ ਇਹ ਜਿਹੜਾ ਆਪਸ ਵਿੱਚ ਟਕਰਾਅ ਫਿਰ ਇੱਥੇ ਪੈਦਾ ਹੋ ਗਿਆ। ਕਾਂਗਰਸ ਦਾ ਜਿਹੜਾ ਟਕਰਾਅ ਟਾਲਣ ਦੀ ਕੋਸ਼ਿਸ਼ ਕੀਤੀ ਗਈ ਸੀ ਹਾਈ ਕਮਾਂਡ ਵੱਲੋਂ, ਉਹ ਇੱਧਰਲੇ ਪਾਸੇ ਨੂੰ ਵੱਧ ਗਿਆ ਹੁਣ। ਸੋ ਜਿਹੜਾ ਸੁਰਜੇਵਾਲ ਦਾ ਬਿਆਨ ਹੈ ਉਹਦੇ ਨਾਲ ਨਵਜੋਤ ਸਿੰਘ ਸਿੱਧੂ ਨੂੰ ਜ਼ਰੂਰ ਝਟਕਾ ਲੱਗਿਆ ਕਿ ਪਹਿਲਾਂ ਉਹ ਨਾਰਾਜ਼ ਹੋ ਕੇ ਗਏ। ਦੇਖੋ, ਜਦੋਂ ਰੰਧਾਵਾ ਦਾ ਨਾਮ ਅਨਾਉਂਸ ਹੋਇਆ 1 ਘੰਟਾ ਫੋਨ ਵੀ ਬੰਦ ਰੱਖਿਆ ਤੇ ਗਾਇਬ ਵੀ ਹੋ ਗਏ ਉੱਥੋਂ, ਹੋਟਲ ਦੇ ਵਿੱਚੋਂ ਨਾਰਾਜ਼ ਹੋ ਕੇ ਚਲੇ ਗਏ ਸੀ, ਲੱਭਦੇ ਫਿਰੀ ਗਏ ਉਹਨਾਂ ਨੂੰ। ਤੇ ਉਹਦੇ ਤਹਿਤ ਉਹਨਾਂ ਨੇ ਕਿਹਾ ਸੀ ਵੀ ਜਾਂ ਤਾਂ ਮੈਨੂੰ ਪ੍ਰਧਾਨ ਬਣਾਓ ਜਾਂ ਕਿਸੇ ਦਲਿਤ ਭਾਈਚਾਰੇ ਨਾਲ ਸੰਬੰਧਿਤ ਵਿਅਕਤੀ ਨੂੰ ਬਣਾਓ। ਤੇ ਜਦੋਂ ਉਹਨਾਂ ਨੇ ਦੇਖਿਆ ਕਿ ਰੰਧਾਵਾ ਦਾ ਨਾਂ ਤਾਂ ਕੱਟ ਗਿਆ ਜਾਂ ਉਹਦੇ ਨਾਂ ਤੇ ਚਰਚਾ ਹੋ ਰਹੀ ਹੈ ਤਾਂ ਉੱਠ ਕੇ ਚਲੇ ਗਏ ਸੀ। ਫਿਰ ਚੰਨੀ ਦਾ ਨਾਮ ਜਿਹੜਾ ਹੈਗਾ ਦੁਬਾਰਾ ਬਾਅਦ ਵਿੱਚ ਅੱਧੇ ਪੌਣੇ ਘੰਟੇ ਬਾਅਦ ਅਨਾਉਂਸ ਹੋਇਆ। ਸੋ ਇਹ ਝਟਕਾ ਜਿਹੜਾ ਨਵਾਂ ਹੋਰ 2022 ਤੱਕ ਆਸ ਸੀ ਵੀ ਚਲੋ ਹੁਣ ਨਹੀਂ ਤਾਂ 2022 ਦੇ ਵਿੱਚ, ਤੇ 2022 ਦੇ ਵਿੱਚ ਵੀ ਸੁਰਜੇਵਾਲ ਨੇ ਜਿਹੜਾ ਪਾਣੀ ਫੇਰਤਾ ਉਹਨਾਂ ਦੇ ਆਸੇ ਤੇ। ਪਰ ਇੱਕ ਗੱਲ ਇਹ ਹੈਗਾ ਕਿ ਜਿਹੜਾ ਜਿੱਦਾਂ ਹੁਣ ਚਰਨਜੀਤ ਸਿੰਘ ਚੰਨੀ ਦਾ ਇੱਕਦਮ ਦਾ ਲੱਗਿਆ ਜਾਂ ਲਿਆ ਕੇ ਇੱਕਦਮ ਸੀਐਮ ਬਣਾਤਾ, ਤਾਂ ਹਾਈ ਕਮਾਂਡ ਦਾ ਕੋਈ ਪਤਾ ਨਹੀਂ ਹੈ 2022 ਦੇ ਵਿੱਚ ਕੌਣ ਕਿਵੇਂ ਕਿੱਦਾਂ ਹੋਣਾ। ਇਹ ਹਾਈ ਕਮਾਂਡ ਦੇ ਹੱਥ ਹੈ, ਕਿਉਂਕਿ ਸਾਰੇ ਇਹ ਕਠਪੁਤਲੀਆਂ ਨੇ, ਉੱਥੋਂ ਹੀ ਨੱਚਦੇ ਨੇ, ਉੱਥੇ ਕੰਟਰੋਲ ਹੁੰਦਾ। ਸੋ 2022 ਦੇ ਵਿੱਚ ਜਿਹੜਾ ਹੈਗਾ ਉਹ ਪਤਾ ਨਹੀਂ ਕਿਹੜੇ ਪਾਸੇ ਊਠ ਕਿਹੜੇ ਪਾਸੇ ਕਰਵਟ ਲੈਂਦਾ, ਕਿ ਕਿਸ ਕਰਵਟ ਬੈਠਦਾ, ਉਹ ਉਸ ਟਾਈਮ ਹੀ ਦੇਖਣਾ ਪਏਗਾ ਕਿ ਕਿੱਦਾਂ ਦਾ ਹਾਲਾਤ ਹੈ, ਕਿੱਦਾਂ ਦੇ। ਪਰ ਹੁਣ ਇਸ ਟਾਈਮ ਕਹਿ ਸਕਦੇ ਕਿ ਨਵਜੋਤ ਸਿੰਘ ਸਿੱਧੂ ਲਈ ਇੱਕ ਝਟਕਾ ਹੈ, ਜ਼ਰੂਰ ਹੈਗਾ ਇਹ। ਅੱਛਾ ਪਰਮਿੰਦਰ ਜੀ, ਇੱਕ ਚੀਜ਼ ਹੋਰ, ਜਿਸ ਤਰ੍ਹਾਂ
ਜਿਹੜਾ ਕਾਂਗਰਸ ਵੱਲੋਂ ਵੱਡੇ ਪੱਧਰ ਤੇ ਪ੍ਰਚਾਰ ਕੀਤਾ ਜਾ ਰਿਹਾ ਕਿ ਸਾਡੀ ਪਾਰਟੀ ਵੱਲੋਂ, ਸਾਡੀ ਹਾਈ ਕਮਾਂਡ ਵੱਲੋਂ ਇੱਕ ਦਲਿਤ ਸੀਐਮ ਬਣਾ ਦਿੱਤਾ ਗਿਆ, ਦਲਿਤ ਸੀਐਮ ਬਣਾ ਦਿੱਤਾ ਗਿਆ ਤੇ ਹੋਰ ਸੂਬਿਆਂ ਤੇ ਵੀ ਇਸ ਦਾ ਕਿਹਾ ਜਾ ਰਿਹਾ ਕਿ ਅਸਰ ਪਏਗਾ। ਤਾਂ ਇਸ ਵਿਚਾਲੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਇੱਕ ਬਿਆਨ ਆਇਆ ਜਿਸ ਦੇ ਵਿੱਚ ਉਹ ਕਹਿੰਦੇ ਆ ਕਿ ਸੀਐਮ ਬਣਨ ਤੋਂ ਪਹਿਲਾਂ ਇੱਕ ਇਨਸਾਨ ਹੋਣਾ ਜ਼ਰੂਰੀ ਹੈ, ਨਾ ਕਿ ਹਿੰਦੂ, ਸਿੱਖ ਹਨਾ ਜਾਂ ਦਲਿਤ ਜਾਂ ਜੱਟ, ਕੋਈ ਵੀ ਜਾਤਾਂ ਤੇ ਧਰਮਾਂ ਤੋਂ ਪਹਿਲਾਂ ਜਿਹੜਾ ਇੱਕ ਇਨਸਾਨ ਹੋਣਾ ਜ਼ਰੂਰੀ ਹੈ, ਚੰਗਾ ਇਨਸਾਨ ਸੀਐਮ ਹੋਣਾ ਚਾਹੀਦਾ। ਤੇ ਉਸਦੀ ਉਸ ਟਵੀਟ ਦਾ ਜਿਹੜੀ ਤਾਰੀਫ ਹੈ ਉਹ ਸੁਨੀਲ ਜਾਖੜ ਹੋਰਾਂ ਨੇ ਵੀ ਕੀਤੀ ਹੈ ਤੇ ਸੁਨੀਲ ਜਾਖੜ ਕਹਿੰਦੇ ਆ ਕਿ ਇਹ ਬਹੁਤ ਚੰਗੇ ਸਮੇਂ ਤੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਬਿਆਨ ਦਿੱਤਾ। ਤਾਂ ਇਸ ਤਰ੍ਹਾਂ ਦਾ ਕਿਉਂ ਹੋ ਰਿਹਾ? ਕਿਉਂਕਿ ਜਿੱਥੇ ਇੱਕ ਵਿਚਾਰਧਾਰਾ ਕਹਿੰਦੀ ਹੈ ਕਿ ਤੁਸੀਂ ਦਲਿਤ ਨਾ ਕਹੋ, ਤੇ ਦੂਸਰੇ ਪਾਸੇ ਕਾਂਗਰਸ ਪਾਰਟੀ ਜਿਨ੍ਹਾਂ ਨੇ ਸੀਐਮ ਬਣਾਇਆ ਤਾਂ ਉਹੀ ਵੱਡੇ ਪੱਧਰ ਤੇ ਪ੍ਰਚਾਰ ਕਰ ਰਹੀ ਹੈ। ਜਿਹੜੇ ਰਣਦੀਪ ਸੁਰਜੇਵਾਲ ਨੇ ਉਹ ਲਗਾਤਾਰ ਆਪਣੀ ਜਿਹੜੀ ਸਪੀਚ ਹੈ ਜਿਸ ਦੇ ਵਿੱਚ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਬਾਰੇ ਜ਼ਿਕਰ ਕੀਤਾ ਸੀ, ਉਸ ਦੇ ਵਿੱਚ ਹਰ 1 ਮਿੰਟ ਬਾਅਦ ਉਹ ਦਲਿਤ ਸੀਐਮ ਬਣਾਤਾ ਜੀ, ਅਸੀਂ ਦਲਿਤ ਸੀਐਮ ਬਣਾਤਾ। ਅਜਿਹਾ ਕਿਉਂ ਹੋ ਰਿਹਾ ਕਿ ਐਡੇ ਵੱਡੇ ਪੱਧਰ ਤੇ ਪ੍ਰਚਾਰ ਕਿਉਂ ਕੀਤਾ ਜਾ ਰਿਹਾ, ਜਦ ਕਿ ਇੱਕ ਸੂਬੇ ਦਾ ਮੁੱਖ ਮੰਤਰੀ ਤਾਂ ਸੂਬੇ ਦਾ ਮੁੱਖ ਮੰਤਰੀ ਹੈ, ਨਾ ਕਿ ਉਹ ਇਕੱਲੇ ਸਿੱਖਾਂ ਦਾ, ਨਾ ਹਿੰਦੂਆਂ ਦਾ, ਨਾ ਦਲਿਤ ਦਾ, ਨਾ ਐਸਸੀ ਦਾ, ਨਾ ਬੀਸੀ ਦਾ। ਅਜਿਹਾ ਕਿਉਂ ਕੀਤਾ ਜਾ ਰਿਹਾ? ਦੇਖੋ, ਜਿਹੜਾ ਸੁਰਜੇਵਾਲ ਦਾ ਬਿਆਨ ਹੈ ਉਹ ਤਾਂ ਕਾਂਗਰਸ ਪਾਰਟੀ ਦਾ ਇੱਕ ਏਜੰਡਾ ਆ, ਉਹਨੂੰ ਪ੍ਰਚਾਰਨਾ ਹੈ, ਇਸ ਚੀਜ਼ ਨੂੰ ਪ੍ਰਚਾਰਨਾ ਹੈ। ਜਿਹੜਾ ਵੋਟ ਬੈਂਕ ਕਾਂਗਰਸ ਤੋਂ ਛੁੱਟ ਗਿਆ ਸੀ, ਦੂਰ ਰਹਿ ਗਿਆ ਸੀ, ਜਾਂ ਜਿਹਦਾ ਹੁਣ ਸਹਾਰਾ ਹੋਰ ਪਾਰਟੀਆਂ ਲੈਣ ਲੱਗ ਗਈਆਂ ਸੀ, ਕਿਉਂਕਿ ਮੁੱਦੇ ਖਤਮ ਹੋ ਗਏ ਇਹਨਾਂ ਕੋਲ। ਮੁੱਦੇ ਖਤਮ ਨਹੀਂ ਹੋਏ, ਮੁੱਦੇ ਤਾਂ ਹੋਰ ਵੱਧ ਗਏ ਆ, ਪਰ ਇਹਨਾਂ ਕੋਲ ਸੋਲਿਊਸ਼ਨ ਹੀ ਨਹੀਂ। ਪਿਛਲੇ 50 ਸਾਲ ਤੋਂ ਮੁੱਦੇ ਲਟਕਦੇ ਆ ਰਹੇ, ਹੁਣ ਲੋਕਾਂ ਨੂੰ ਸਮਝ ਆ ਗਈ, ਇਸ ਕਰਕੇ ਮੁੱਦਿਆਂ ਦੀ ਲੜਾਈ ਖਤਮ ਕਰ ਲਈ ਇਹਨਾਂ ਨੇ। ਚਾਹੇ ਕੋਈ ਆ, ਪੰਜਾਬ ਕਾਂਗਰਸ ਆ, ਚਾਹੇ ਕੋਈ ਹੋਰ ਆ, ਦੂਜੀਆਂ ਸਟੇਟਾਂ ਦੇ ਵਿੱਚ ਵੀ ਕਾਂਗਰਸ ਕੋਲ ਕੋਈ ਮੁੱਦਾ ਫਿਲਹਾਲ ਹੈ ਹੀ ਨਹੀਂ। ਇਹਨਾਂ ਨੇ ਆਪਣੇ ਜਿਹੜੀ ਕਾਰਗੁਜ਼ਾਰੀ ਆ ਉਹ ਕੀਤੀ ਉਹ ਨਹੀਂ ਤਰੀਕੇ ਨਾਲ, ਜਿਸ ਕਰਕੇ ਨੂੰ ਮੂੰਹ ਦੀ ਖਾਣੀ ਪੈ ਰਹੀ ਚਾਰੇ ਪਾਸੇ। ਦੂਜੇ ਪਾਸੇ ਰਹੀ ਗੱਲ ਕਿ ਪ੍ਰਚਾਰ ਕਿਉਂ ਕੀਤਾ ਜਾ ਰਿਹਾ, ਪ੍ਰਚਾਰ ਇਸ ਕਰਕੇ ਕੀਤਾ ਜਾ ਰਿਹਾ ਕਿ ਆਪਣੀ ਛਵੀ ਬਰਕਰਾਰ ਰੱਖੀ ਜਾ ਸਕੇ। ਚਲੋ ਇੱਕ ਭਾਈਚਾਰੇ ਨੂੰ ਤਾਂ ਜੋੜ ਲਓ ਜੀ, ਵੰਡੀਆਂ ਪਾਣੀਆਂ ਤਾਂ ਸਿਆਸੀ ਦਲਾਂ ਦਾ ਕੰਮ ਹੁੰਦਾ ਹੈ ਜੀ। ਧਰਮ ਦੇ ਆਧਾਰ ਤੇ, ਜਾਤ ਦੇ ਆਧਾਰ ਤੇ, ਜਾਂ ਹੋਰ ਊਚ ਨੀਚ ਦਾ ਫਰਕ ਪਾ ਕੇ, ਭੇਦਭਾਵ ਪਾ ਕੇ, ਇਹ ਵੱਡਿਆਂ ਘਰਾਣਿਆਂ ਨੂੰ ਨੇੜੇ ਲਾ ਕੇ ਪੈਸਾ ਇਕੱਠਾ ਕਰ ਲੈਣਾ ਜਾਂ ਹੋਰ ਕਰਨਾ, ਇਹਨਾਂ ਦਾ ਕੰਮ ਹੈ ਇਹੀ ਹੈ। ਸੋ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਕਿ ਇਹ ਸਿਰਫ ਵੰਡੀਆਂ ਰਾਜਨੀਤਿਕ ਲੋਕਾਂ ਵੱਲੋਂ ਪਾਈਆਂ ਗਈਆਂ ਨੇ। ਆਪਸ ਵਿੱਚ ਸਾਰੇ ਸਮਾਜਿਕ ਤੌਰ ਤੇ ਭਰਾਤਰੀ ਭਾਵ ਨਾਲ ਰਹਿੰਦੇ ਨੇ ਸਾਰੇ। ਕਿਸੇ ਵੀ ਸਟੇਟ 'ਚ ਚਲੇ ਜਾਓ ਤੁਸੀਂ, ਬਹੁਤ ਘੱਟ ਲੋਕ ਹੁੰਦੇ ਨੇ ਜਿਹੜੇ ਸਮਾਜ ਦੇ ਵਿੱਚ ਇਸ ਤਰ੍ਹਾਂ ਸਮਾਜਿਕ ਜਿਹਨਾਂ ਨੂੰ ਕਹਿ ਦਿਓ ਗਲਤ ਅਨਸਰ ਹੁੰਦੇ ਨੇ, ਜਿਹੜੇ ਉਹ ਸਮਾਜ ਦੇ ਵਿੱਚ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੂੰ ਅੰਜਾਮ ਦਿੰਦੇ ਨੇ ਜਿਹੜੀਆਂ ਸਮਾਜ ਵਿਰੋਧੀ ਹੁੰਦੀਆਂ ਨੇ। ਬਹੁਤ ਘੱਟ ਲੋਕ ਹੁੰਦੇ ਨੇ, ਨਹੀਂ ਤਾਂ ਸਾਰੇ ਇੱਕ ਦੂਜੇ ਦੁੱਖ ਸੁੱਖ ਵਿੱਚ ਸ਼ਰੀਕ ਹੁੰਦੇ ਨੇ। ਸੋ ਉਹ ਚੀਜ਼ ਵੱਖਰੀ ਹੋ ਗਈ। ਹੁਣ ਇਹ ਤਾਂ ਪ੍ਰਚਾਰ ਕਰਨਾ ਇਹਨਾਂ ਦਾ ਫਰਜ਼ ਹੋ ਗਿਆ। ਹੁਣ ਇਹਨਾਂ ਨੇ ਉਸ ਸ਼ਬਦ ਦੇ ਉੱਤੇ ਰਾਜਨੀਤੀ ਕਰਨੀ ਹੈ। ਹੁਣ ਮੁੱਦਿਆਂ ਦੀ ਰਾਜਨੀਤੀ ਗਈ, ਖਤਮ ਹੋ ਗਈ, ਕੰਮਾਂ ਦੀ ਰਾਜਨੀਤੀ ਖਤਮ ਹੋ ਗਈ। ਹੁਣ ਸ਼ਬਦਾਂ ਦੀ ਰਾਜਨੀਤੀ ਰਹਿ ਗਈ ਵੀ ਕਿਸ ਸ਼ਬਦ ਤੇ ਟਾਰਗੇਟ ਕਰਕੇ ਅਸੀਂ ਸੱਤਾ ਹਾਸਲ ਕਰ ਸਕੀਏ। ਦੂਜੇ ਪਾਸੇ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਗੱਲ ਆਈ ਹੈ ਉਹ ਸਾਰਿਆਂ ਤੇ ਲਾਗੂ ਹੋਣੀ ਚਾਹੀਦੀ ਆ ਜੀ। ਬਹੁਤ ਵਧੀਆ ਬਿਆਨ ਹੈ ਇਹਨਾਂ ਦਾ, ਠੀਕ ਹੈ, ਬਿਆਨਬਾਜ਼ੀ ਤਾਂ ਕਰਨੀ ਪੈਂਦੀ ਹੈ। ਹੁਣ ਜਿਸ ਅਹੁਦੇ ਤੇ ਚਲੇ ਕੇ ਬਿਆਨ ਹੀ ਦੇ ਸਕਦਾ ਬੰਦਾ ਉੱਥੇ ਬੈਠ ਕੇ, ਤੇ ਉਹ ਹੁਣ ਜਿਹੜੀ ਬਿਆਨਬਾਜ਼ੀ ਕੀਤੀ ਹੈ ਤਾਂ ਬੜੀ ਅੱਛੀ ਬਿਆਨਬਾਜ਼ੀ ਹੈ। ਪਰ ਇਹ ਅਕਾਲੀ ਦਲ ਦੇ ਲਈ ਵੀ ਹੋਣੀ ਚਾਹੀਦੀ ਹੈ, ਇਹ ਕਾਂਗਰਸ ਦੇ ਲਈ ਵੀ ਹੋਣੀ ਚਾਹੀਦੀ ਹੈ, ਆਮ ਆਦਮੀ ਪਾਰਟੀ ਦੇ ਲਈ ਵੀ ਹੈ। ਸਾਰਿਆਂ ਨੂੰ ਇਸ ਤੇ ਅਮਲ ਕਰਨਾ ਚਾਹੀਦਾ। ਕੋਈ ਕਈ ਨਾਂ ਤੇ ਨਹੀਂ ਲਿਖਾ ਕੇ ਆਇਆ, ਕਿਸੇ ਨੇ ਠੇਕਾ ਨਹੀਂ ਲਿਆ ਹੋਇਆ ਕਿ ਇਹੀ ਸੀਐਮ ਹੋਣਗੇ, ਇਹੀ ਰਾਜਨੀਤੀ 'ਚ ਹੋਣਗੇ। ਪਰਿਵਾਰਵਾਦ ਵੀ ਖਤਮ ਹੋਣਾ ਚਾਹੀਦਾ, ਜਾਤ ਪਾਤ ਵੀ ਖਤਮ ਹੋਣੇ ਚਾਹੀਦੇ, ਧਰਮ ਵੀ ਖਤਮ ਹੋਣੇ ਚਾਹੀਦੇ ਨੇ। ਇੱਥੇ ਲੋਕਾਂ ਦੇ ਭਲੇ ਲਈ, ਸੇਵਾ ਦੇ ਲਈ ਸੱਚੀ ਮੁੱਚੀ ਸੱਤਾ ਦੇ ਉੱਤੇ ਬਿਰਾਜਮਾਨ ਹੋਣਾ ਚਾਹੀਦਾ। ਕੋਈ ਇੱਦਾਂ ਨਹੀਂ ਹੋਣਾ ਚਾਹੀਦਾ ਕਿ ਕਿਸੇ ਖਾਸ ਬੰਦੇ ਨੂੰ ਜਾਂ ਕਿਸੇ ਖਾਸ ਪਰਿਵਾਰ ਦੇ ਬੰਦੇ ਨੂੰ ਲਿਆ ਕੇ ਸੀਐਮ ਬਣਾ ਦਿਆ ਜਾਵੇ। ਸੋ ਅੱਛੇ ਵੇਲੇ ਇੱਦਾਂ ਦਾ ਬਿਆਨ ਜਿਹੜਾ ਹੈਗਾ ਉਹ ਹੋਰ ਵੀ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਸਮਾਜ ਦੇ ਲਈ ਭਲੇ ਦਾ ਕੰਮ ਕਰ ਸਕਦਾ ਹੈ। ਜੀ ਪਰਮਿੰਦਰ ਜੀ, ਤੁਸੀਂ ਸਮਾਂ ਦਿੱਤਾ, ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ ਸੁਖਿੰਦਰ ਜੀ। ਇਹ ਸਨ ਸਾਡੇ ਨਾਲ ਪਰਮਿੰਦਰ ਸਿੰਘ ਰਾਏਪੁਰ ਜੀ, ਜਿਨ੍ਹਾਂ ਨੇ ਅੱਜ ਦੇ ਵੱਡੇ ਮੁੱਦਿਆਂ ਤੇ ਆਪਣੇ ਵਿਚਾਰ ਰੱਖੇ ਨੇ। ਤੁਹਾਨੂੰ ਉਹਨਾਂ ਦੇ ਵਿਚਾਰ ਕਿਸ ਤਰ੍ਹਾਂ ਲੱਗੇ ਨੇ, ਕਮੈਂਟ ਕਰਕੇ ਜ਼ਰੂਰ ਦੱਸਣਾ। ਅਗਲੀ ਵਾਰ ਕਿਸੇ ਹੋਰ ਮੁੱਦੇ ਤੇ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਦਿਓ ਆਗਿਆ, ਰੱਬ ਰਾਖਾ।